ਇਹਦੇ ਵਿੱਚ ਪਾਰਟੀ ਨਵੀਂ ਪੁਰਾਣੀ ਦਾ ਸੰਬੰਧ ਨਹੀਂ ਹੈਗਾ। ਜਿਹੜੀ ਬੇਅਦਬੀ ਹੋਈ ਆ ਉਹ ਬਾਦਲਾਂ ਦੇ ਰਾਜ ਵਿੱਚ ਹੋਈ ਆ ਤੇ ਜਿਹੜੇ ਬੇਅਦਬੀ ਕਰਨ ਵਾਲੇ ਆ ਉਹਨਾਂ ਨੂੰ ਬਾਦਲਾਂ ਨੇ ਬਚਾਇਆ। ਸਰਸੇ ਵਾਲੇ ਦੀਆਂ ਵੋਟਾਂ ਲੈਣ ਵਾਸਤੇ ਉਹਨਾਂ ਦੀ ਸਾਰੀ ਜਿਹੜੀ ਹੈਗੀ ਹੈ ਪੈਰਵਾਈ ਕੀਤੀ ਆ। ਜੇ ਆਪਾਂ ਕਹੀਏ ਵੀ ਬਾਦਲ ਇਹਦੇ ਵਿੱਚ ਨਿਰਦੋਸ਼ ਆ, ਨਹੀਂ, ਬਾਦਲ ਦੋਸ਼ੀ ਹੈ। ਦੋਸ਼ੀ ਬਾਦਲ ਇਸ ਵੱਲੋਂ ਆ ਵੀ ਬਾਦਲਾਂ ਨੇ ਗੋਲੀकांड ਕਰਵਾਇਆ ਤੇ ਉਹਨਾਂ ਦੀ ਬੇਅਦਬੀ ਕਰਨ ਵਾਲੇ ਗੁਨਾਹਗਾਰਾਂ ਦੀ ਪੁਸਤ ਬਣਾਈ ਕੀਤੀ। ਜਿਹੜਾ ਬਾਦਲਾਂ ਦੇ 1.5 ਸਾਲ ਦੇ ਸਮੇਂ ਦੇ ਵਿੱਚ 1.5 ਸਾਲ ਦੇ ਰਾਜ ਦੇ ਵਿੱਚ ਦੋਸ਼ੀ ਨਹੀਂ ਮਿਲੇ, ਜਿਹੜੇ ਕਹਿੰਦੇ ਸੀਗੇ, ਸੁਖਬੀਰ ਬਾਦਲ ਕਹਿੰਦਾ ਸੀ ਵੀ ਮੈਨੂੰ ਤਾਂ ਕੀੜੀ ਜਾਂਦੀ ਦਿਸਦੀ ਹੈ ਪੰਜਾਬ ਦੇ ਵਿੱਚ, ਤੇ ਇਹਨਾਂ ਨੂੰ ਬੇਅਦਬੀ ਕਰਨ ਵਾਲੇ ਦੋਸ਼ੀ ਨਹੀਂ ਦਿਸੇ। ਹਾਂ, ਦੋਸ਼ੀ ਜ਼ਰੂਰ ਦਿਸ ਗਏ, ਪਰ ਉਹਨਾਂ ਨੇ ਵੋਟਾਂ ਦੇ ਸਮਝੌਤੇ ਕਰ ਲਏ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਮੱਖਣ ਸਿੰਘ। ਨਿਰਪੱਖ ਪੋਸਟ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦਾ। ਦੋਸਤੋ, ਪੰਜਾਬ ਦੇ ਅੰਦਰ ਖਾਸ ਕਰਕੇ ਮਾਲਵੇ ਏਰੀਏ ਦੀ ਗੱਲ ਕਰੀਏ ਤਾਂ ਗੁਰੂ ਦੀ ਬੇਅਦਬੀ ਦੀਆਂ ਘਟਨਾ ਲਗਾਤਾਰ ਚੱਲਦੀਆਂ ਆ ਰਹੀਆਂ ਨੇ, ਲਗਾਤਾਰ ਜਾਰੀ ਨੇ। ਇਹਨਾਂ ਘਟਨਾਵਾਂ ਦੇ ਹੋਣ ਦਾ ਅਸਲ ਕਾਰਨ ਕੀ ਹੈ? ਅਸਲ ਵਿੱਚ ਕਿਉਂ ਸਿੱਖਾਂ ਨੂੰ ਭੜਕਾਉਣ ਤੇ ਮਜਬੂਰ ਕੀਤਾ ਜਾਂਦਾ ਹੈ? ਇਹ ਸਭ ਗੱਲਾਂ ਕਰਨ ਦੇ ਲਈ ਸਾਡੇ ਨਾਲ ਜਸਵਿੰਦਰ ਸਿੰਘ ਜੀ ਸਾਹੋਕੇ ਮੌਜੂਦ ਨੇ। ਬਰਗਾੜੀ ਦੀ ਜੇ ਗੱਲ ਕਰੀਏ ਤਾਂ ਬਰਗਾੜੀ ਦੀ ਪੂਰੀ ਘਟਨਾ ਦਾ ਸੰਤਾਪ ਉਹਨਾਂ ਨੇ ਆਪਣੇ ਪਿੰਡੇ ਤੇ ਹੰਢਾਇਆ ਹੈ। ਉਹਨਾਂ ਨਾਲ ਇਸ ਵਿਸ਼ੇ ਤੇ ਅੱਜ ਗੱਲ ਕਰਾਂਗੇ ਕਿ ਇਸ ਘਟਨਾਵਾਂ ਦਾ ਕੀ ਕਾਰਨ ਹੈ, ਕਿਉਂ ਹੁੰਦੀਆਂ ਨੇ। ਸੋ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ-ਬਹੁਤ ਧੰਨਵਾਦ ਜੀ ਵੀਰ ਮੱਖਣ ਸਿੰਘ ਜੀ, ਤੁਸੀਂ ਆਪਣੇ ਚੈਨਲ ਨਿਰਪੱਖ ਪੋਸਟ ਨੂੰ ਲੈ ਕੇ ਸਾਡੇ ਵਿਚਕਾਰ ਪਹੁੰਚੇ ਹੋ ਤੇ ਦੇਸ਼ ਵਿਦੇਸ਼ ਦੇ ਵਿੱਚ ਬੈਠੀਆਂ ਸੰਗਤਾਂ ਦੇ ਨਾਲ ਸਾਨੂੰ ਰੂਬਰੂ ਕਰਵਾ ਰਹੇ ਹੋ। ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ। ਅੱਛਾ ਜੀ, ਗੱਲ ਕਰੀਏ ਬੇਅਦਬੀ ਮਾਮਲੇ ਨੂੰ ਲੈ ਕੇ ਤਾਂ ਪੂਰੇ ਪੰਜਾਬ ਦਾ ਮੰਨਣਾ ਹੈ ਕਿ ਗੁਰੂ ਦੀ ਬੇਅਦਬੀ ਹੋਈ ਹੈ ਤੇ ਇਸ ਘਟਨਾ ਦੇ ਪਿੱਛੇ ਬਾਦਲ ਪਰਿਵਾਰ ਦਾ ਹੱਥ ਆ। ਪਰ ਜੇ ਇੱਥੇ ਗੱਲ ਕਰੀਏ ਬਾਦਲ ਪਰਿਵਾਰ ਦੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਸਾਡੀ 100 ਸਾਲ ਪੁਰਾਣੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ, ਇਹਦੇ ਪਿੱਛੇ ਸਾਡਾ ਹੱਥ ਨਹੀਂ। ਤੁਸੀਂ ਕੀ ਕਹਿਣਾ ਚਾਹੋਗੇ? ਬਿਲਕੁਲ ਜੀ, ਇਹਦੇ ਵਿੱਚ ਇਹ ਨਹੀਂ ਕਿਹਾ ਜਾ ਸਕਦਾ ਵੀ ਪਾਰਟੀ ਉਹਨਾਂ ਦੀ 100 ਸਾਲ ਤੋਂ ਘੱਟ ਪੁਰਾਣੀ ਹੈ ਜਾਂ ਨਵੀਂ ਹੈ ਜਾਂ ਕਿੱਦਾਂ ਹੈ। ਇਹਦੇ ਵਿੱਚ ਪਾਰਟੀ ਨਵੀਂ ਪੁਰਾਣੀ ਦਾ ਸੰਬੰਧ ਨਹੀਂ ਹੈਗਾ। ਜਿਹੜੀ ਬੇਅਦਬੀ ਹੋਈ ਆ ਉਹ ਬਾਦਲਾਂ ਦੇ ਰਾਜ ਵਿੱਚ ਹੋਈ ਆ ਤੇ ਜਿਹੜੇ ਬੇਅਦਬੀ ਕਰਨ ਵਾਲੇ ਆ ਉਹਨਾਂ ਨੂੰ ਬਾਦਲਾਂ ਨੇ ਬਚਾਇਆ ਹੈ, ਨਾ ਕਿ ਬਾਦਲਾਂ ਨੇ ਆਪ ਬੇਅਦਬੀ ਕੀਤੀ ਹੈ ਜਾਂ ਆਪ ਕਿਸੇ ਬੰਦੇ ਪਾਸੋਂ ਕਰਵਾਈ ਆ। ਹਾਂ, ਜਿਨ੍ਹਾਂ ਨੇ ਬੇਅਦਬੀ ਕੀਤੀ ਉਹਨਾਂ ਦਾ ਇਹਨਾਂ ਨੂੰ ਪਤਾ ਸੀ ਵੀ ਇਹਨਾਂ ਬੰਦਿਆਂ ਨੇ ਕੀਤੀ ਆ। ਕਾਰਨ ਸਾਰਾ ਰਾਜਨੀਤਿਕ ਕਾਰਨ, ਤੁਹਾਨੂੰ ਪਤਾ, ਵੋਟਾਂ ਦੇ ਪਿੱਛੇ ਇਹਨਾਂ ਨੇ ਆਪਣੀ ਜਿਹੜੀ ਸਰਕਾਰ ਆ, ਅਗਲੀ ਸਰਕਾਰ ਫੇਰ ਬਣਾਉਣ ਵਾਸਤੇ, ਸਰਸੇ ਵਾਲੇ ਦੀਆਂ ਵੋਟਾਂ ਲੈਣ ਵਾਸਤੇ ਉਹਨਾਂ ਦੀ ਸਾਰੀ ਜਿਹੜੀ ਹੈਗੀ ਹੈ ਪੈਰਵਾਈ ਕੀਤੀ ਆ ਤੇ ਉਹਨਾਂ ਨੂੰ ਇਹਨਾਂ ਨੇ ਬਚਾਇਆ। ਸੰਗਤਾਂ ਦੇ ਉੱਪਰ ਨਜਾਇਜ਼ ਪਰਚੇ ਕੀਤੇ, ਨਜਾਇਜ਼ ਤਸ਼ੱਦਦ ਕੀਤਾ, ਗੋਲੀਆਂ ਚਲਾਈਆਂ, ਲਾਠੀਆਂ ਚਲਾਈਆਂ, ਗੰਦੇ ਪਾਣੀ ਦੀਆਂ ਵਿਛਾੜਾਂ ਮਾਰੀਆਂ। ਕੀ ਨਹੀਂ ਕੀਤਾ ਬਾਦਲਾਂ ਨੇ? ਜੇ ਆਪਾਂ ਕਹੀਏ ਵੀ ਬਾਦਲ ਇਹਦੇ ਵਿੱਚ ਨਿਰਦੋਸ਼ ਆ, ਨਹੀਂ, ਬਾਦਲ ਦੋਸ਼ੀ ਹੈ। ਦੋਸ਼ੀ ਬਾਦਲ ਇਸ ਵੱਲੋਂ ਆ ਵੀ ਬਾਦਲਾਂ ਨੇ ਗੋਲੀकांड ਕਰਵਾਇਆ ਤੇ ਉਹਨਾਂ ਦੀ ਬੇਅਦਬੀ ਕਰਨ ਵਾਲੇ ਗੁਨਾਹਗਾਰਾਂ ਦੀ ਪੁਸਤ ਬਣਾਈ ਕੀਤੀ। ਅੱਛਾ, ਇੱਥੇ ਗੱਲ ਕਰੀਏ ਤਾਂ 7 ਸਾਲ ਹੋ ਗਏ ਨੇ ਇਸ ਘਟਨਾ ਨੂੰ ਤੇ 7 ਸਿੱਟਾਂ ਵੀ ਬਣ ਕੇ ਤਿਆਰ ਹੋਈਆਂ, ਪਰ ਸਿੱਟਾ ਕੋਈ ਨਹੀਂ ਨਿਕਲਿਆ। ਕੀ ਲੱਗਦਾ ਹੈ ਕਿ ਸਰਕਾਰ ਤੋਂ ਕਿੰਨਾ ਟਾਈਮ ਅਸੀਂ ਇਸ ਤਰ੍ਹਾਂ ਇਨਸਾਫ ਦੀ ਮੰਗ ਕਰਦੇ ਰਹਾਂਗੇ? ਦੇਖੋ, ਮੈਂ ਸਮਝਦਾ ਵੀ ਜਿਹੜੀਆਂ ਵੀ ਸਿੱਟਾਂ ਬਣੀਆਂ ਨਾ, ਉਹਨਾਂ ਨੇ ਬਾਦਲਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਕਿਸੇ ਵੀ ਪਾਸੇ ਬਾਦਲ ਬਚਦੇ ਨਜ਼ਰ ਨਹੀਂ ਆਏ। ਉਹਨਾਂ ਦੇ ਜਿਹੜੇ ਸਿਪਾਹ ਸਲਾਰ ਸੀਗੇ, ਜਿਹੜੇ ਉਹਨਾਂ ਦੇ ਪੁਲਿਸ ਅਫਸਰ ਸੀਗੇ ਜਿਨ੍ਹਾਂ ਨੇ ਗੋਲੀ ਚਲਵਾਈ, ਉਹ ਬੰਦੇ ਕਿਸੇ ਪਾਸਿਓਂ ਬਚਦੇ ਨਹੀਂ ਆਏ, ਨਜ਼ਰ ਆਏ। ਤਾਂ ਕਰਕੇ ਜਿਹੜੀਆਂ ਹੈਗੀਆਂ ਸਿੱਟਾਂ ਹੈਗੀਆਂ, ਇਹਨਾਂ ਨੂੰ ਕਿਸੇ ਦੀ ਕਾਰਵਾਈ ਪਸੰਦ ਹੀ ਨਹੀਂ ਆਉਂਦੀ। ਚਾਹੇ ਉਹ ਜਸਟਿਸ ਰਣਜੀਤ ਸਿੰਘ ਦਾ ਕਮਿਸ਼ਨ ਹੋਵੇ, ਚਾਹੇ ਜਸਟਿਸ ਜੋਰਾ ਸਿੰਘ ਜਿਹੜਾ ਇਹਨਾਂ ਨੇ ਆਪ ਕਮਿਸ਼ਨ ਬਣਾਇਆ ਸੀਗਾ, ਉਸ ਕਮਿਸ਼ਨ ਦੀ ਰਿਪੋਰਟ ਇਹਨਾਂ ਨੇ ਜਸਟਿਸ ਜੋਰਾ ਸਿੰਘ ਦੀ ਪੜ੍ਹ ਕੇ ਨਹੀਂ ਦੇਖੀ। ਜਸਟਿਸ ਜੋਰਾ ਸਿੰਘ ਇਹਨਾਂ ਦੇ ਆਫਿਸ ਦੇ ਵਿੱਚ ਬੈਠਾ 4 ਘੰਟੇ ਬੈਠ ਕੇ ਮੁੜ ਗਿਆ। ਕਹਿੰਦਾ ਭਾਬੀ ਇਹਨਾਂ ਨੂੰ ਦੇਖੋ, ਜਿਹੜਾ ਬੰਦਾ ਗੁਨਾਹਗਾਰ ਆ ਉਹਨੂੰ ਪਤਾ ਵੀ ਸਾਡਾ ਗੁਨਾਹ ਹੈ। ਫਿਰ ਜੇ ਇਹ ਗੁਨਾਹਗਾਰ ਨਹੀਂ ਤੇ ਫਿਰ ਇਹਨੇ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਜਿਹੜਾ ਹੈਗਾ 3 ਦਿਨ ਸੇਵਾਵਾਂ ਕਿਉਂ ਨਿਭਾਈਆਂ? ਕਾਹਦੀ ਗਲਤੀ ਮੰਨੀ ਗੁਰੂ ਸਾਹਿਬ ਤੋਂ ਜਾ ਕੇ? ਉਹ ਜਨਤਕ ਕਰਨ। ਬਹੁਤ ਵੱਡਾ ਮਸਲਾ ਹੈ ਜਿਹੜਾ ਮੈਂ ਸਮਝਦਾ ਵੀ ਇਸ ਤੋਂ ਬਾਕੀ ਸਾਰੇ ਮਸਲੇ ਛੋਟੇ ਆ। ਸਰਕਾਰਾਂ ਬਣਾਉਣੀਆਂ ਬਣਨੀਆਂ, ਇਹਨਾਂ ਦਾ ਤਾਂ ਮਤਲਬ ਜਿਹੜੇ ਇਹ ਲੀਡਰ ਹੈਗੇ ਆ ਨਾ, ਸਿਆਸਤਦਾਨ, ਉਹਨਾਂ ਨੂੰ ਆਪਣੀਆਂ ਵੋਟਾਂ ਤੱਕ ਮਤਲਬ ਹੈ। ਹੁਣ ਪਿਛਲੇ ਸਮੇਂ ਦੇ ਵਿੱਚ ਬਰਗਾੜੀ ਮੋਰਚਾ ਲੱਗਿਆ ਜੀ। ਬਰਗਾੜੀ ਮੋਰਚੇ ਦੇ ਵਿੱਚ
ਪੂਰੀ ਕੌਮ ਨੇ ਇੰਨਾ ਉਤਸ਼ਾਹ ਵਿਖਾਇਆ, ਮਜਬੂਰਨ ਸਰਕਾਰ ਨੂੰ, ਕੈਪਟਨ ਸਰਕਾਰ ਨੂੰ ਦੋਸ਼ੀ ਗ੍ਰਿਫਤਾਰ ਕਰਨੇ ਪਏ। 1 ਜੂਨ ਨੂੰ ਮੋਰਚਾ ਲੱਗਦਾ, 6 ਜੂਨ ਨੂੰ ਸਰਕਾਰ ਨਾਲ ਮੀਟਿੰਗ ਹੁੰਦੀ ਆ ਪੰਜਾਬ ਭਵਨ ਦੇ ਵਿੱਚ ਜਥੇਬੰਦੀ ਦੇ ਨੁਮਾਇੰਦਿਆਂ ਦੀ, ਮੋਰਚੇ ਦੇ ਨੁਮਾਇੰਦਿਆਂ ਦੀ। ਉਸ ਤੋਂ ਬਾਅਦ 9 ਤਰੀਕ ਨੂੰ ਦੋਸ਼ੀ ਹੈ ਜਿਹੜੇ ਬਰਗਾੜੀ ਕਾਂਡ ਦੇ, ਉਹ ਗ੍ਰਿਫਤਾਰ ਕੀਤੇ ਜਾਂਦੇ ਆ। ਸਰਦਾਰ ਰਣਬੀਰ ਸਿੰਘ ਖੱਟੜਾ DIG, ਉਹਨਾਂ ਦੀ ਜਿਹੜੀ ਸੈੱਟ ਬਣੀ ਸੀ ਉਹਨਾਂ ਵੱਲੋਂ, ਕਿਉਂਕਿ ਉਹਨਾਂ ਨੂੰ ਪਤਾ ਸੀ ਸਾਰਾ। ਬਾਦਲਾਂ ਨੇ ਉਹਨਾਂ ਦੀ ਕਾਰਵਾਈ ਨਹੀਂ ਕਰਨ ਦਿੱਤੀ, ਤੇ ਬਾਅਦ ਦੇ ਵਿੱਚ 3 ਦਿਨ ਬਾਅਦ 'ਚ ਕਿਵੇਂ ਕਾਰਵਾਈ ਹੋ ਗਈ ਉਹਨਾਂ ਦੀ। ਜਿਹੜਾ ਬਾਦਲਾਂ ਦੇ 1.5 ਸਾਲ ਦੇ ਸਮੇਂ ਦੇ ਵਿੱਚ, 1.5 ਸਾਲ ਦੇ ਰਾਜ ਦੇ ਵਿੱਚ ਦੋਸ਼ੀ ਨਹੀਂ ਮਿਲੇ, ਜਿਹੜੇ ਕਹਿੰਦੇ ਸੀਗੇ, ਸੁਖਬੀਰ ਬਾਦਲ ਕਹਿੰਦਾ ਸੀ ਵੀ ਮੈਨੂੰ ਤਾਂ ਕੀੜੀ ਜਾਂਦੀ ਦਿਸਦੀ ਹੈ ਪੰਜਾਬ ਦੇ ਵਿੱਚ, ਤੇ ਇਹਨਾਂ ਨੂੰ ਬੇਅਦਬੀ ਕਰਨ ਵਾਲੇ ਦੋਸ਼ੀ ਨਹੀਂ ਦਿਸੇ। ਹਾਂ, ਦੋਸ਼ੀ ਜ਼ਰੂਰ ਦਿਸ ਗਏ, ਪਰ ਉਹਨਾਂ ਨੇ ਵੋਟਾਂ ਦੇ ਸਮਝੌਤੇ ਕਰ ਲਏ ਉਹਨਾਂ ਨਾਲ। ਉਹਨਾਂ ਨੂੰ ਬਚਾਉਣ ਦੀ ਖਾਤਰ ਸਾਡੇ ਵਰਗਿਆਂ 'ਤੇ ਕੇਸ ਪਏ, ਨਜਾਇਜ਼ 304 ਦਾ ਕੇਸ, 14 15 ਲੱਖ ਰੁਪਏ ਜੁਰਮਾਨਾ ਪਵਾਤਾ। ਜਿੰਨਾ ਕੀਤਾ ਬਾਦਲਾਂ ਨੇ ਧੱਕਾ ਕੀਤਾ, ਕਰਵਾਇਆ। ਬਹੁਤ ਜਿਹੜਾ ਹੈਗਾ ਵੱਡਾ ਗੁਨਾਹ ਹੈ ਬਾਦਲਾਂ ਦਾ, ਉਹ ਛੁਪਾਇਆ ਨਹੀਂ ਜਾ ਸਕਦਾ। ਇਸ ਘਟਨਾ ਦਾ ਅਸਲ ਦੋਸ਼ੀ ਕਿਸ ਨੂੰ ਮੰਨਦੇ ਹੋ? ਜਿਹੜਾ ਅਸਲ ਦੋਸ਼ੀ ਹੈ ਉਹ ਗੁਰਮੀਤ ਰਾਮ ਰਹੀਮ, ਸਰਸੇ ਦਾ ਸਾਧ, ਬਲਾਤਕਾਰੀ ਸਾਧ, ਕਾਤਲ ਸਾਧ, ਕੀ ਕਹੀਏ ਉਹਨੂੰ। ਅਸਲ ਜਿਹੜੀ ਘਟਨਾ ਹੈ ਉਹਦਾ ਜ਼ਿੰਮੇਵਾਰ ਉਹੀ ਹੈ, ਕਿਉਂਕਿ ਉਸਨੇ ਸਿੱਖ ਧਰਮ ਨੂੰ ਨੀਵਾਂ ਵਿਖਾਉਣ ਦੀ ਖਾਤਰ, ਗੁਰੂ ਗ੍ਰੰਥ ਸਾਹਿਬ ਤੋਂ ਲੋਕਾਂ ਦੀ ਸ਼ਰਧਾ ਖਤਮ ਕਰਨ ਦੀ ਖਾਤਰ ਜਿਹੜਾ ਹੈਗਾ ਆਪਣੇ ਚੇਲਿਆਂ ਚਾਟੜਿਆਂ ਪਾਸੋਂ ਉਹਨਾਂ ਨੂੰ ਕਰੋੜਾਂ ਰੁਪਇਆ ਦੇ ਕੇ ਤੇ ਉਹਨਾਂ ਤੋਂ ਬੇਅਦਬੀਆਂ ਕਰਵਾਈਆਂ। ਅੱਛਾ, ਇਸ ਘਟਨਾ ਨੂੰ ਲੈ ਕੇ, ਗੁਰੂ ਦੀ ਬੇਅਦਬੀ ਦੀ ਘਟਨਾ ਨੂੰ ਲੈ ਕੇ SGPC ਦਾ ਕੀ ਕਹਿਣਾ ਹੈ? SGPC ਦਾ ਕਹਿਣਾ ਕੀ ਹੈ? SGPC ਜਿਹੜੀ ਬਾਦਲਾਂ ਦੇ ਅੰਡਰ ਆ, ਜਿਹੜਾ ਕੁਝ ਬਾਦਲ ਕਹਿਣਗੇ ਉਹੀ SGPC ਨੇ ਕਹਿਣਾ, ਤੇ ਉਹੀ ਜਥੇਦਾਰ ਅਕਾਲ ਤਖਤ ਸਾਹਿਬ ਨੇ ਕਹਿਣਾ। ਤੁਸੀਂ ਇਹ ਦੇਖ ਲਓ, 2015 ਦੇ ਵਿੱਚ ਬੇਅਦਬੀ ਹੁੰਦੀ ਹੈ ਤੇ 2021 ਆ ਗਿਆ ਜੀ। SGPC ਦੱਸਦੇ ਵੀ ਅਸੀਂ ਕਿੱਥੇ ਆ ਕੇ ਜਿਹੜਾ ਹੈਗਾ ਕੋਈ ਕੇਸ ਦੀ ਪੈਰਵਾਈ ਕਰ ਰਹੇ ਹਾਂ, ਕੋਈ ਵਕੀਲ ਕਰ ਰਹੇ ਹਾਂ। ਕਿਉਂ ਨਹੀਂ ਕਰ ਰਹੇ? ਸੰਸਦ ਆ ਉਹ ਸਿੱਖਾਂ ਦੀ ਹੈ ਜਾਂ ਬਾਦਲਾਂ ਦੀ ਹੈ? ਇਹ SGPC ਦੇ ਪ੍ਰਧਾਨ ਆ ਜਿਹੜੇ ਬੀਬੀ ਜੰਗੀਰ ਕੌਰ, ਉਹ ਦੱਸਣ, ਜਥੇਦਾਰ ਅਕਾਲ ਤਖਤ ਸਾਹਿਬ ਦੱਸਣ ਵੀ ਉਹ ਕੌਮ ਦੇ ਜਥੇਦਾਰ ਜਾਂ ਬਾਦਲਾਂ ਦੇ। ਜਦੋਂ ਕਿ ਬਿਆਨ ਦੇਣਾ ਉਹਨਾਂ ਦੀ ਰਾਏ ਦੇ ਨਾਲ ਦੇਣਾ, ਉਹਨਾਂ ਦੇ ਪੱਖ ਦੇ ਵਿੱਚ ਦੇਣਾ, ਜਦੋਂ ਕਿਸੇ ਨੂੰ ਛੇਕਣਾ ਉਹਨਾਂ ਦੇ ਕਹਿਣ 'ਤੇ ਛੇਕਣਾ। ਬਹੁਤ ਜਿਹੜਾ ਹੈਗਾ ਨਾ ਵੱਡੀਆਂ ਜ਼ਿੰਮੇਵਾਰੀਆਂ ਹੈਗੀਆਂ ਇਹਨਾਂ ਦੇ ਸਿਰ 'ਤੇ, ਪਰ ਇਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਬਾਗੀ ਹੋ ਕੇ ਸਿਰਫ ਇੱਕ ਪਰਿਵਾਰ ਦੀ ਝਾੜੂ ਬਰਦਾਰੀ ਕਰਦੇ ਆ। ਜਦੋਂ ਕਿ ਸਾਨੂੰ ਇਹ ਸਭ ਗੱਲਾਂ ਦਾ ਪਤਾ ਹੈ, SGPC ਦੀ ਗੱਲ ਕਰੀਏ ਤਾਂ, ਕਿ ਉਸ ਘਟਨਾ ਨੂੰ ਲੈ ਕੇ, ਗੁਰੂ ਦੀ ਬੇਅਦਬੀ ਨੂੰ ਲੈ ਕੇ ਕੁਝ ਬੋਲਦੇ ਨਹੀਂ, ਫਿਰ ਅਸੀਂ ਇਹਨਾਂ ਨੂੰ ਨੁਮਾਇੰਦੇ ਕਿਉਂ ਚਾਹੁੰਦੇ ਹਾਂ? ਦੇਖੋ, ਉਹ ਨੁਮਾਇੰਦੇ ਜਿਹੜੇ ਹੈਗੇ ਨਾ, ਸਿੱਖਾਂ ਦੇ ਨੁਮਾਇੰਦੇ ਨਹੀਂ ਚੁਣੇ ਹੋਏ। ਉਹ ਇਹਨਾਂ ਦੀਆਂ ਜਾਲੀ ਵੋਟਾਂ ਬਣਾ ਕੇ, ਉਹੀ ਸਰਸੇ ਵਾਲਿਆਂ ਦੇ, ਜਿਵੇਂ RSS ਵਾਲੇ ਕਿਤੇ ਗਲਾਂ ਦੇ ਵਿੱਚ ਸ੍ਰੀ ਸਾਹਿਬ ਪਾ ਲੈਂਦੇ ਆ, ਇਸ ਤਰ੍ਹਾਂ ਇਹਨਾਂ ਦੀਆਂ ਵੋਟਾਂ ਬਣਵਾਈਆਂ ਹੋਈਆਂ। ਉਹ ਵੋਟਾਂ ਦੀ ਪਹਿਲੀ ਗੱਲ ਤਾਂ ਇਹ ਹੈ ਵੀ 11 ਸਾਲ ਹੋ ਗਏ SGPC ਦੀ ਚੋਣ ਹੋਈ ਨੂੰ। 5 ਸਾਲ ਦਾ ਸਮਾਂ ਸੀ, 6 ਸਾਲ ਇਹਨਾਂ ਨੇ ਇਸੇ ਤਰ੍ਹਾਂ ਕੱਢਤੇ। ਜੇ ਅੱਜ ਵੀ SGPC ਦੀਆਂ ਚੋਣਾਂ ਹੁੰਦੀਆਂ ਤੇ ਬਾਦਲ ਜਿਹੜੇ ਹੈਗੇ ਆ ਉਹ ਕਦੇ ਵੀ SGPC ਦੇ ਵਿੱਚ ਨਹੀਂ ਆਉਣਗੇ, ਕਿਉਂਕਿ ਸੰਗਤਾਂ ਨੂੰ ਪਤਾ ਹੈ। ਬੇਸ਼ੱਕ ਜਿਹੜਾ ਹੈਗਾ ਅਕਾਲੀ ਦਲ ਦੇ ਜਿਹੜੇ ਬੰਦੇ ਆ ਉਹ ਇਹਨਾਂ ਦੇ ਨਾਲ ਖੜੇ ਹੋਏ ਆ, ਉਹਨਾਂ ਨੂੰ ਕੋਈ ਭੈ ਨਹੀਂ ਗੁਰੂ ਦਾ, ਕੋਈ ਉਹਨਾਂ ਦੇ ਵਾਸਤੇ ਸ਼ਰਧਾ ਨਹੀਂ ਗੁਰੂ ਸਾਹਿਬ ਦੇ ਪ੍ਰਤੀ। ਉਹਨਾਂ ਨੂੰ ਸਿਰਫ ਬਾਦਲ ਰਾਜ, ਜਿਹੜੀ ਇਹਨਾਂ ਦੇ ਸਮੇਂ ਦੇ ਵਿੱਚ ਉਹਨਾਂ ਨੇ ਗੁੰਡਾਗਰਦੀ ਕੀਤੀ ਹੈ, ਉਹ ਉਹਨਾਂ ਚੀਜ਼ਾਂ ਨੂੰ ਹੀ ਦੁਬਾਰਾ ਲਿਆਉਣੀਆਂ ਚਾਹੁੰਦੇ ਆ। ਅੱਛਾ, ਗੱਲ ਕਰੀਏ 2015 ਦੀ, ਤਾਂ ਮਲਕੇ ਦੇ ਵਿੱਚ ਵੀ ਗੁਰੂ ਦੀ ਬੇਅਦਬੀ ਹੁੰਦੀ ਹੈ। ਉਹਦਾ ਸਾਰਾ ਜੋ ਵੀ ਉਹਦਾ ਕਰਤਾ ਧਰਤਾ ਹੁੰਦਾ, ਜਾਂ ਜੋ ਵੀ ਉਹਦਾ ਕੇਸ ਸਾਰਾ ਤੁਹਾਡੇ ਸਿਰ 'ਤੇ ਮੜਿਆ ਜਾਂਦਾ ਹੈ, ਉਸ ਬਾਰੇ ਉਹ ਕੇਸ ਕਿੱਥੇ ਤੱਕ ਪਹੁੰਚ ਗਿਆ, ਕੀ ਚੱਲ ਰਿਹਾ, ਉਹਦੇ ਬਾਰੇ ਜ਼ਰੂਰ ਦੱਸੋ। ਦੇਖੋ, ਮਲਕੀ ਕੇਸ ਹੈ ਜਿਹੜਾ 2015 ਦੇ ਵਿੱਚ 4 ਨਵੰਬਰ ਨੂੰ ਗੁਰੂ ਸਾਹਿਬ ਦੇ ਸੈਂਚੀ ਸਰੂਪ ਦੀ ਬੇਅਦਬੀ ਉੱਥੇ ਪੰਥ ਦੇ ਦੋਖੀਆਂ ਵੱਲੋਂ ਕੀਤੀ ਜਾਂਦੀ ਹੈ, ਸਰਸੇ ਵਾਲੇ ਦੇ ਪੈਰੋਕਾਰਾਂ ਵੱਲੋਂ ਕੀਤੀ ਜਾਂਦੀ ਹੈ, ਜੋ ਕਿ ਮਲਕੇ ਪਿੰਡ ਦੇ ਹੀ ਹੈ। 2 ਜਣੇ, 2 ਬਾਘੇ ਪੁਰਾਣੇ ਤੋਂ ਆ, ਇੱਕ ਹਰੀਏ ਵਾਲੇ ਪਿੰਡ ਤੋਂ ਆ। ਇਹ 5 ਬੰਦੇ ਜਿਹੜੇ ਹੈਗੇ ਇਸ ਕੇਸ ਦੇ ਵਿੱਚ ਇਨਵੋਲਵ ਹੈ। ਤੇ ਇਹਨਾਂ ਨੇ ਜਿਹੜੇ ਉਹ ਸੰਦੀਪ ਬਰੇਟਾ ਤੇ ਹਰਸ਼ ਧੂਰੀ,
ਇਹਨਾਂ ਦੀ ਸਾਰਿਆਂ ਦੀ ਮੀਟਿੰਗ ਹੋਈ ਹੈ। ਉਹਨਾਂ ਨੇ ਮੀਟਿੰਗ ਦੇ ਵਿੱਚ ਇਹਨਾਂ ਨੂੰ ਜਿਹੜਾ ਹੈਗਾ ਲੈਣ ਦੇਣ ਦਿੱਤਾ, ਕਰੋੜਾਂ ਰੁਪਏ ਇਹਨਾਂ ਨੂੰ ਦਿੱਤਾ, ਅਤੇ ਇਹਨਾਂ ਨੇ ਉਸ ਲਾਲਚ ਦੇ ਵਿੱਚ ਆ ਕੇ ਬੇਅਦਬੀਆਂ ਕੀਤੀਆਂ। ਅਤੇ ਉਹ ਜਿਹੜਾ ਕੇਸ ਹੈਗਾ, ਬਿਲਕੁਲ ਕੇਸ ਅਸੀਂ ਤਾਂ ਇਹ ਕਹਿੰਦੇ ਹਾਂ ਵੀ ਅੱਜ ਵੀ ਫੈਸਲਾ ਸੁਣਾਇਆ ਅਤੇ ਕੱਲ੍ਹ ਵੀ ਫੈਸਲਾ ਸੁਣਾਇਆ, ਸਾਰੀ ਕਾਰਵਾਈ ਉਹਦੇ 'ਤੇ ਹੋ ਚੁੱਕੀ ਹੈ। ਪਰ ਇਹਨਾਂ ਵੱਲੋਂ ਜਿਹੜਾ ਹੈਗਾ ਡੇਰਾ ਪ੍ਰੇਮੀ ਆ, ਇਹ ਕਹਿੰਦੇ ਵੀ ਸਾਡੇ ਜਿਹੜੇ ਫਿੰਗਰਪ੍ਰਿੰਟ ਆ ਉਹਨਾਂ ਦੀ ਰਿਪੋਰਟ ਉਸ ਸਮੇਂ ਗੁਜਰਾਤ ਗਈ ਸੀ। ਜਿਹੜੇ ਫਿੰਗਰਪ੍ਰਿੰਟ ਉਦੋਂ ਗੁਰੂ ਸਾਹਿਬ ਦੇ ਅੰਗਾਂ ਨੂੰ ਲੱਗੇ ਸੀਗੇ ਹੱਥ, ਉਹ ਸਾਰੇ ਉੱਥੇ ਗਏ ਸੀ ਗੁਜਰਾਤ ਦੇ ਵਿੱਚ ਲੈਬੋਰਟਰੀ ਦੇ ਵਿੱਚ। ਉਹ ਉੱਥੋਂ ਰਿਪੋਰਟ ਜਿਹੜੀ ਹੈਗੀ ਆ ਵੀ ਸਾਨੂੰ ਉੱਥੋਂ ਦਾ ਜਿਹੜਾ ਹੈਗਾ ਕੋਈ ਰਿਪੋਰਟ ਲੈ ਕੇ ਆਊਗਾ ਬੰਦਾ, ਅਤੇ ਅਸੀਂ ਉਹਦੀ ਗਵਾਹੀ ਪਾਉਣੀ ਆ। ਉਸ ਤੋਂ ਬਾਅਦ ਦੇ ਵਿੱਚ ਜਿਹੜਾ ਹੈਗਾ ਫੈਸਲਾ ਸੁਣਾਇਆ ਜਾਊ। ਅਤੇ ਵਾਰ-ਵਾਰ ਪਹਿਲਾਂ ਸਾਲ ਭਰ ਪਹਿਲਾਂ ਕਰੋਨਾ ਦੇ ਵਿੱਚ ਲੰਘ ਗਿਆ, ਹੁਣ ਮੇਰੇ ਹਿਸਾਬ ਨਾਲ ਫਿਰ ਇਹਨਾਂ ਨੇ ਕਰੋਨਾ ਦੇ ਵਿੱਚ ਫਿਰ ਕੱਢ ਦੇਣਾ। ਇਹਨਾਂ ਜਿਹੜੀਆਂ ਹੈਗੀਆਂ ਅਦਾਲਤਾਂ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਇਨਸਾਫ ਸਿੱਖਾਂ ਨੂੰ ਨਾ ਤਾਂ ਮਿਲਿਆ, 84 ਦਾ ਇਨਸਾਫ ਮਿਲ ਗਿਆ, ਅਤੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਦਾ ਇਹਨਾਂ ਦਾ ਇਨਸਾਫ ਵੀ ਜਿਹੜਾ ਹੈਗਾ, ਇਹ ਅਦਾਲਤਾਂ ਜਿਹੜੀਆਂ ਸੈਂਟਰ ਸਰਕਾਰ ਦੇ ਅੰਡਰ, ਦਿੱਲੀ ਦੇ ਅੰਡਰ ਚੱਲ ਰਹੀਆਂ, ਉਹ ਸਾਨੂੰ ਇਨਸਾਫ ਨਹੀਂ ਦੇ ਸਕਦੀਆਂ। ਅੱਛਾ, ਮਾਲਕੇ ਦੀ ਘਟਨਾ ਨੂੰ ਲੈ ਕੇ ਗੱਲ ਕਰੀਏ ਤਾਂ ਕੋਈ ਸਿੱਖ ਜਥੇਬੰਦੀਆਂ ਵੱਲੋਂ ਤੁਹਾਡਾ ਸਹਿਯੋਗ ਦਿੱਤਾ ਜਾਂਦਾ ਹੋਵੇ, ਕੋਈ ਇੱਦਾਂ ਦੀ ਗੱਲ ਹੋਵੇ? ਦੇਖੋ ਜੀ, ਪੰਥਕ ਸੇਵਾ ਲਹਿਰ ਦਾਦੂ ਸਾਹਿਬ, ਸਿੰਘ ਸਾਹਿਬ ਜਥੇਦਾਰ ਬਲਜੀਤ ਸਿੰਘ ਜੀ ਦਾਦੂਵਾਲ, ਪ੍ਰਧਾਨ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ, ਉਹ ਸਾਡਾ ਸਹਿਯੋਗ ਕਰਦੇ ਪਏ ਆ। ਜਦੋਂ ਜ਼ਰੂਰਤ ਹੁੰਦੀ ਹੈ ਅਸੀਂ ਉਹਨਾਂ ਨੂੰ ਤਰੀਕ ਦੇ ਉੱਪਰ ਵੀ ਬੁਲਾਉਂਦੇ ਹਾਂ। ਹਾਂ, ਸੰਗਤ ਜਿਹੜੀ ਹੈਗੀ ਆ, ਸੰਗਤ ਤਰੀਕਾਂ ਦੇ ਉੱਪਰ ਬਹੁਤ ਘੱਟ ਆ ਰਹੀ ਹੈ। ਅਸੀਂ ਸੰਗਤ ਨੂੰ ਤੁਹਾਡੇ ਮਾਧਿਅਮ ਦੇ ਜ਼ਰੀਏ ਬੇਨਤੀ ਕਰਦੇ ਹਾਂ ਵੀ ਜ਼ਰੂਰ ਜਿਹੜੀ ਹੈਗੀ ਹੈ ਤਰੀਕ ਉਹਦੇ 'ਤੇ ਪਹੁੰਚਿਆ ਕਰੋ। ਤੁਹਾਨੂੰ ਪਹਿਲਾਂ ਵੀ ਅਸੀਂ ਅਨਾਊਂਸ ਕਰ ਦਿਆ ਕਰਾਂਗੇ ਜਦੋਂ ਤਰੀਕ ਹੁੰਦੀ ਹੈ, ਕਿਉਂਕਿ ਅਸੀਂ ਤਕਰੀਬਨ ਬਾਈ ਗੁਰਸੇਵਕ ਸਿੰਘ ਫੌਜੀ ਜਿਹੜੇ ਮੁੱਖ ਗਵਾਹ ਹੈ ਬੇਅਦਬੀ ਕਾਂਡ ਦੇ ਮਲਕੇ ਦੇ, ਰਾਜਾ ਖੁਖਰਾਣਾ ਅਤੇ ਦਾਸ, ਅਸੀਂ ਤਿੰਨੋਂ ਜਾਣੇ ਹੁੰਦੇ ਹਾਂ। ਅਤੇ ਬਾਕੀ ਗੁਰੂ ਸਾਹਿਬ ਦਾ ਹੱਥ ਹੈ, ਵੈਸੇ ਖਾਲਸਾ ਇਕੱਲਾ ਨਹੀਂ ਹੁੰਦਾ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਗੁਰੂ ਸਾਹਿਬ ਨਾਲ ਹੈ, ਅੰਗ ਸੰਗ ਹੈ, ਅਤੇ ਸੰਗਤਾਂ ਨੂੰ ਬੇਨਤੀ ਹੈ ਵੀ ਜ਼ਰੂਰ ਪਹੁੰਚਿਆ ਕਰਨ। ਅੱਛਾ, ਸੰਗਤਾਂ ਦਾ ਜਿਹੜਾ ਸਹਿਯੋਗ ਤੁਹਾਨੂੰ ਨਹੀਂ ਮਿਲ ਰਿਹਾ, ਉਹਦੇ ਪਿੱਛੇ ਦਾ ਇੱਕ ਵੱਡਾ ਕਾਰਨ ਕੀ ਮੰਨਦੇ ਹੋ? ਜਿੱਦਾਂ ਕਿ ਅੱਜ ਗੱਲ ਕਰੀਏ ਮੋਰਚੇ ਦੀ, ਕਿਸਾਨੀ ਅੰਦੋਲਨ ਦੀ, ਤਾਂ ਕਿਤੇ ਨਾ ਕਿਤੇ ਲੱਗਦਾ ਹੈ ਕਿ ਸਾਡੀ ਕੌਮ ਇੰਨੀ ਕੁ ਜ਼ਿਆਦਾ ਲਾਲਚੀ ਹੋ ਗਈ ਹੈ ਕਿ ਜ਼ਮੀਨਾਂ ਲਈ ਤਾਂ ਉੱਥੇ ਬੈਠ ਗਈ ਹੈ, ਅਤੇ ਗੁਰੂ ਦੀ ਬੇਅਦਬੀ ਨੂੰ ਅੱਜ 7 ਸਾਲ ਹੋ ਗਏ ਨੇ, ਅਤੇ ਹਾਲੇ ਕਿ ਇੱਦਾਂ ਦੀਆਂ ਘਟਨਾ ਹੋਰ ਵੀ ਸਾਹਮਣੇ ਆ ਰਹੀਆਂ ਨੇ, ਅਤੇ ਇਸ ਬਾਰੇ ਕੋਈ ਵੀ ਗੌਰ ਨਹੀਂ ਕੀਤੀ ਜਾਂਦੀ ਕਿ ਸਿੱਖ ਕੌਮ ਨੂੰ ਆਪਣੇ ਧਰਮ ਦੇ ਨਾਲ ਕੋਈ ਹਮਾਇਤ ਨਹੀਂ, ਕੋਈ ਪਿਆਰ ਨਹੀਂ ਹੈ? ਦੇਖੋ, ਜਿਹੜਾ ਸਾਡਾ ਸਿੱਖ ਧਰਮ ਹੈ ਨਾ, ਜਿਹੜੇ ਤਾਂ ਧਾਰਮਿਕ ਬੰਦੇ ਆ ਜੀ, ਉਹ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਦੇ ਲਈ ਹਮੇਸ਼ਾ ਤਤਪਰ ਰਹਿੰਦੇ ਆ, ਸੇਵਾਵਾਂ ਨਿਭਾਉਣ ਦੇ ਲਈ, ਅਤੇ ਨਿਭਾ ਵੀ ਰਹੇ ਆ ਜੀ। ਅਤੇ ਜਿਹੜੇ ਰਾਜਨੀਤਿਕ ਲੋਕ ਆ ਗਏ, ਉਹਨਾਂ ਦੇ ਨਾਲ ਜਿਹੜੇ ਜੁੜੇ ਹੋਏ ਲੋਕ ਆ ਗਏ, ਉਹ ਬੰਦੇ ਇਸ ਲਾਈਨ ਦੇ ਵਿੱਚ ਆ ਕੇ ਰਾਜੀ ਨਹੀਂ। ਪਤਾ ਨਹੀਂ ਉਹਨਾਂ ਨੇ ਇੱਥੋਂ ਤੱਕ ਹੀ ਸੀਮਿਤ ਕਰ ਲਿਆ ਵੀ ਅਸੀਂ ਪੁੰਨਿਆ ਮੱਸਿਆ ਅਤੇ ਕਿਤੇ ਗੁਰਦੁਆਰਾ ਸਾਹਿਬ ਜਾਣਾ, ਕਿਤੇ ਨਮਸਕਾਰ ਕੀਤੀ, 10 ਰੁਪਏ ਮੱਥਾ ਟੇਕਦਾ, ਕੋਈ ਪ੍ਰੋਗਰਾਮ ਆਇਆ 100 ਰੁਪਏ ਅਸੀਂ ਭੇਟਾ ਦੇਤੀ, ਬਸ ਇੱਥੋਂ ਤੱਕ ਉਹਨਾਂ ਦਾ ਸੀਮਤ ਹੈ। ਹੋਰ ਇਸ ਤੋਂ ਅੱਗੇ ਜਿਹੜਾ ਹੈਗਾ, ਜੇ ਆਪਾਂ ਕਹੀਏ ਵੀ ਗੁਰੂ ਸਾਹਿਬ ਨੂੰ ਮੰਨਦੇ ਆ, ਉਹ ਬਹੁਤ ਮੰਨਣ ਵਾਲੀਆਂ ਗੱਲਾਂ ਜਿਹੜੀਆਂ ਬਹੁਤ ਦੂਰ ਹੈ। ਅੱਛਾ, ਮੰਨਦੇ ਹੋ ਕਿ ਬੇਅਦਬੀ ਨੂੰ ਲੈ ਕੇ ਸਿਆਸੀ ਪਾਰਟੀਆਂ ਦਾ ਇੱਕ ਵੱਡਾ ਹੱਥ ਹੈ, ਚਾਹੇ ਉਹ ਕਾਂਗਰਸੀ ਹੋਣ ਚਾਹੇ ਅਕਾਲੀ ਹੋਣ? ਦੇਖੋ, ਬੇਅਦਬੀਆਂ ਨੂੰ ਲੈ ਕੇ ਪਾਰਟੀਆਂ ਦਾ ਹੱਥ ਨਹੀਂ ਹੈਗਾ। ਪਾਰਟੀਆਂ ਗੁਨਾਹਗਾਰਾਂ ਨੂੰ ਬਚਾਉਣ ਦੇ ਵਿੱਚ ਹੱਥ ਹੈ। ਪਹਿਲਾਂ ਬਾਦਲ ਸਰਕਾਰ ਸਮੇਂ ਬੇਅਦਬੀ ਹੋਈ, ਉਹਨਾਂ ਨੇ ਦੋਸ਼ੀਆਂ ਨੂੰ ਬਚਾਇਆ। ਕੈਪਟਨ ਸਾਹਿਬ ਜਿਨ੍ਹਾਂ ਨੇ ਬਰਗਾੜੀ ਦੇ ਵਿੱਚ ਆ ਕੇ 17 ਅਕਤੂਬਰ ਕਿ 18 ਅਕਤੂਬਰ ਤਰੀਕ ਮੇਰੇ ਯਾਦ ਨਹੀਂ ਹੈਗੀ ਪੂਰੀ ਕਲੀਅਰ, ਪਰ ਮੈਨੂੰ ਇਹ ਯਾਦ ਆ ਵੀ ਮੈਂ ਕੈਪਟਨ ਸਾਹਿਬ ਨੂੰ ਸਟੇਜ ਤੋਂ ਬੁਲਾਇਆ ਸੀ ਬਰਗਾੜੀ ਦੀ ਤੋਂ ਜੀ, ਬਰਗਾੜੀ ਧਰਨੇ ਦੇ ਵਿੱਚੋਂ ਕੈਪਟਨ ਸਾਹਿਬ ਨੂੰ ਸਟੇਜ ਤੋਂ ਮੈਂ ਬੁਲਾਇਆ ਜੀ। ਅਤੇ ਉਸ ਸਮੇਂ ਕੈਪਟਨ ਸਾਹਿਬ ਨੇ ਇਹ ਗੱਲ ਕਹੀ ਹੈ ਵੀ ਮੈਨੂੰ 1 ਮਹੀਨੇ ਦਾ ਸਮਾਂ ਦੇ ਦਿਓ, ਸਰਕਾਰ ਮੇਰੀ ਬਣਾ ਦਿਓ, 1 ਮਹੀਨੇ ਦੇ ਅੰਦਰ ਅੰਦਰ ਜਿਹੜਾ ਹੈਗਾ ਬੇਅਦਬੀ ਕਾਂਡ ਵਾਲੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਮੈਂ ਜਨਤਾ ਦੀ ਕਚਹਿਰੀ ਦੇ ਵਿੱਚ ਖੜੇ ਕਰ ਦੂੰਗਾ ਜੀ। ਮੈਨੂੰ ਪਤਾ ਹੈ ਜਿਹੜੇ ਉਹ ਗੁਨਾਹਗਾਰ ਹੈਗੇ ਆ ਉਹਨਾਂ ਦੀਆਂ ਪੈੜਾਂ ਜਿਹੜੀਆਂ ਉਹ ਬਾਦਲ ਦੇ ਘਰ ਵੱਲ ਜਾਂਦੀਆਂ। ਇਹ ਬਰਗਾੜੀ ਧਰਨੇ ਦੇ ਵਿੱਚ ਕੈਪਟਨ ਸਾਹਿਬ ਨੇ ਸ਼ਬਦ ਕਹੇ, ਅਤੇ ਵਾਰ-ਵਾਰ ਜਿਹੜੇ ਹੈਗੇ ਆ ਤੁਸੀਂ ਅੱਜ ਸੋਸ਼ਲ ਮੀਡੀਆ ਦੇ ਰਾਹੀਂ ਵੀ ਸੁਣ ਰਹੇ ਹੋਵੋਗੇ, ਉਹਨਾਂ ਦੇ ਕਲਿੱਪ ਜਿਹੜੇ ਹੈਗੇ ਚੱਲ ਰਹੇ ਆ, ਇੰਟਰਵਿਊ ਟੀਵੀਆਂ ਦੇ ਨਾਲ, ਚੈਨਲਾਂ ਨਾਲ ਕੀਤੀ ਵੀ ਉਹ ਸਾਹਮਣੇ ਆ ਰਹੀ ਹੈ।
ਪਰ ਕੈਪਟਨ ਸਾਹਿਬ ਜਿਹੜਾ ਹੈਗਾ ਆਪਣੇ ਕੀਤੇ ਵਾਅਦੇ ਤੋਂ ਭੱਜੇ, ਤਾਂ ਕਰਕੇ ਬਰਗਾੜੀ ਮੋਰਚਾ ਲੱਗਿਆ ਜੀ। ਜੇ ਬਰਗਾੜੀ ਮੋਰਚਾ ਲੱਗਿਆ ਤਾਂ ਜਿਹੜੇ ਗੁਨਾਹਗਾਰ ਹੈ, ਬੇਅਦਬੀ ਕਰਨ ਵਾਲੇ, ਉਹ ਕੈਪਟਨ ਸਾਹਿਬ ਨੂੰ ਮਜਬੂਰਨ ਗ੍ਰਿਫਤਾਰ ਕਰਨੇ ਪਏ, ਤੇ ਨਹੀਂ ਤਾਂ ਇਹਨਾਂ ਨੇ ਗ੍ਰਿਫਤਾਰ ਨਹੀਂ ਸੀ ਕਰਨੇ। ਮੈਂ ਤਾਂ ਸੰਗਤਾਂ ਨੂੰ ਇਹ ਬੇਨਤੀ ਕਰਦਾ ਤੁਹਾਡੇ ਮਾਧਿਅਮ ਦੇ ਜ਼ਰੀਏ ਕਿ ਆਪਾਂ ਉਹੋ ਜਿਹਾ ਸੰਘਰਸ਼ ਹੈਗਾ ਜਿਹੜਾ ਉਹ ਫੇਰ ਆਰੰਭੀਏ, ਜਿਸ ਤਰ੍ਹਾਂ ਇਸ ਵਾਰ ਬਰਗਾੜੀ ਆਪਣਾ 1 ਜੂਨ ਨੂੰ ਅਨਾਉਂਸ ਕੀਤਾ ਗਿਆ ਸਿਮਰਨਜੀਤ ਸਿੰਘ ਜੀ ਮਾਨ ਵੱਲੋਂ, ਪ੍ਰਧਾਨ ਅਕਾਲੀ ਦਲ ਅੰਮ੍ਰਿਤਸਰ, ਉਹਨਾਂ ਵੱਲੋਂ ਅਨਾਉਂਸ ਕੀਤਾ ਗਿਆ ਵੀ ਅਸੀਂ 30 ਦਿਨ ਦਾ ਸਮਾਂ ਦਿੰਦੇ ਹਾਂ ਪੰਜਾਬ ਸਰਕਾਰ ਨੂੰ। ਜੇਕਰ ਕੋਈ ਕਾਰਵਾਈ ਕਰਦੀ ਹੈ ਇਹਨਾਂ 'ਤੇ, ਬਾਈਬਲ ਕਾਂਡ ਦੇ ਦੋਸ਼ੀਆਂ 'ਤੇ, ਤਾਂ ਠੀਕ ਆ, ਤੇ ਨਹੀਂ ਤਾਂ ਅਸੀਂ 1 ਜੁਲਾਈ ਨੂੰ ਜਿਹੜਾ ਹੈਗਾ ਉਹ ਮੋਰਚਾ ਫਿਰ ਆਰੰਭ ਕਰਾਂਗੇ। ਤੇ ਜੇਕਰ ਸਰਕਾਰ ਕਾਰਵਾਈ ਨਹੀਂ ਕਰਦੀ ਤੇ ਮੈਂ ਪੁਰਜ਼ੋਰ ਸੰਗਤਾਂ ਨੂੰ ਬੇਨਤੀ ਕਰਦਾ ਆਪਣੇ ਵੱਲੋਂ, ਆਪਣੀ ਜਥੇਬੰਦੀ ਪੰਥਕ ਸੇਵਾ ਲਹਿਰ ਦਾਦੂ ਸਾਹਿਬ ਵੱਲੋਂ, ਵੀ ਉਸ ਸੰਘਰਸ਼ ਦਾ ਹਰੇਕ ਸਿੱਖ ਨੂੰ ਹਿੱਸਾ ਬਣਨਾ ਚਾਹੀਦਾ ਤੇ ਗੁਨਾਹਗਾਰਾਂ ਨੂੰ ਜਿਹੜਾ ਹੈਗਾ ਉਹਨਾਂ ਦੀਆਂ ਬਣਦੀਆਂ ਸਜ਼ਾਵਾਂ ਦਿਵਾਉਣੀਆਂ ਚਾਹੀਦੀਆਂ। ਗੱਲ ਕਰੀਏ 22 ਦੀਆਂ ਚੋਣਾਂ ਦੀ, ਤਾਂ ਜਿਵੇਂ ਜਿਵੇਂ 22 ਦੀਆਂ ਚੋਣਾਂ ਨੇੜੇ ਆ ਰਹੀਆਂ ਨੇ, ਤਾਂ ਉਵੇਂ ਉਵੇਂ ਗੱਲ ਕਰੀਏ ਨਵਜੋਤ ਸਿੰਘ ਸਿੱਧੂ ਦੀ। ਹਾਲਾਂਕਿ ਪਹਿਲਾਂ 6 ਸਾਲ ਬੀਤ ਗਏ, ਉਹਨੇ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਕੀਤਾ, ਤੇ ਅੱਜ ਉਹ ਆਪਣੀ ਹੀ ਪਾਰਟੀ ਤੇ ਇਸ ਗੱਲ ਦੇ ਤੰਜ ਕੱਸ ਰਿਹਾ ਹੈ ਕਿ ਕੈਪਟਨ ਸਾਹਿਬ ਆਪਣੇ ਵਾਅਦਿਆਂ ਤੋਂ ਮੁੱਕ ਰਹੇ ਨੇ। ਇਹ ਗੱਲ ਕਹਿ ਕੇ ਮੁੱਕੇ ਨੇ। ਹਾਲਾਂਕਿ ਉਹਨਾਂ ਨੇ ਟਵੀਟ ਤੇ ਇੱਕ ਵੀਡੀਓ ਵੀ ਪਾਈ ਸੀ ਜਿਹੜੀ ਕਿ 2016 ਦੀ ਹੈ, ਜਦੋਂ ਉਹਨਾਂ ਦੀ ਪਾਰਟੀ ਨਹੀਂ ਸੀ। ਉਹ ਕਹਿੰਦੇ ਸੀ ਕਿ ਜਦੋਂ ਅਸੀਂ ਆਵਾਂਗੇ ਬੇਅਦਬੀ ਦਾ ਮਸਲਾ ਹੱਲ ਕਰਵਾਵਾਂਗੇ ਤੇ ਇਸ ਪਿੱਛੇ ਬਾਦਲ ਪਰਿਵਾਰ ਦਾ ਹੀ ਹੱਥ ਹੋਊਗਾ। ਤੇ 21 ਦੇ ਵਿੱਚ ਆ ਕੇ ਉਹ ਇੱਕ ਇੰਟਰਵਿਊ ਦੇ ਜ਼ਰੀਏ ਕਹਿੰਦੇ ਆ ਕਿ ਮੈਂ ਹੁਣ ਕੀ ਕਰਾਂ, ਮੈਂ ਇੱਦਾਂ ਉਹਨਾਂ ਨੂੰ ਕਿੱਦਾਂ ਫੜ ਸਕਦਾ। ਕੀ ਕਹਿਣਾ ਚਾਹੋਗੇ? ਦੇਖੋ, ਇਹ ਗੱਲਾਂ ਜਿਹੜੀਆਂ ਲੁਕਾਈਆਂ ਨਹੀਂ ਜਾ ਸਕਦੀਆਂ ਵੀ ਕੈਪਟਨ ਸਾਹਿਬ ਦੇ ਬਾਦਲ ਪਰਿਵਾਰ ਨਾਲ ਚੰਗੇ ਸਬੰਧ ਹੈ ਜੀ। ਇਹਨਾਂ ਦੇ ਲੈਣੇ ਦੇਣੇ ਕੀ ਹੈ ਉਹ ਲੋਕਾਂ ਨੂੰ ਨਹੀਂ ਪਤਾ, ਮੈਨੂੰ ਨਹੀਂ ਪਤਾ, ਤੁਹਾਨੂੰ ਨਹੀਂ ਪਤਾ, ਕਿਸੇ ਦੂਸਰੇ ਨੂੰ ਨਹੀਂ ਪਤਾ ਜੀ। ਪਰ ਜਿਹੜੇ ਇਹਨਾਂ ਦੇ ਸਬੰਧ ਆ ਉਹ ਜਨਤਕ ਹੈ। ਜਿਹੜਾ ਇਹਨਾਂ ਦਾ ਲੈਣ ਦੇਣ ਹੋਇਆ ਲੁਧਿਆਣਾ ਕੇਸ ਦੇ ਵਿੱਚ ਵੀ ਤੁਹਾਨੂੰ ਅਸੀਂ ਗ੍ਰਿਫਤਾਰ ਨਹੀਂ ਕਰਦੇ, ਤੁਸੀਂ ਸਾਨੂੰ ਗ੍ਰਿਫਤਾਰ ਨਾ ਕਰਿਓ, ਇਸ ਤਰ੍ਹਾਂ ਦੇ ਸਮਝੌਤੇ ਜਿਹੜੇ ਇਹਨਾਂ ਦੇ ਚੱਲਦੇ ਰਹਿੰਦੇ ਆ ਜੀ। ਤੇ ਇਸੇ ਸਮਝੌਤੇ ਦੇ ਤਹਿਤ ਹੀ ਜਿੱਥੋਂ ਤੱਕ ਮੇਰਾ ਵਿਚਾਰ ਹੈਗਾ ਉਹ ਬਾਦਲਾਂ ਨੂੰ ਜਿਹੜਾ ਹੈਗਾ ਕੋਈ ਹੱਥ ਨਹੀਂ ਪਾ ਕੇ ਰਾਜੀ ਜੀ ਕੈਪਟਨ ਸਾਹਿਬ। ਪਰ ਕੈਪਟਨ ਸਾਹਿਬ ਨੂੰ ਇੱਕ ਗੱਲ ਸਮਝ ਜਾਣੀ ਚਾਹੀਦੀ ਹੈ ਵੀ ਜੇਕਰ ਤੁਹਾਡੇ ਕਸਮਾਂ ਖਾ ਕੇ ਤੁਸੀਂ ਸੰਗਤ ਨਾਲ ਕੀਤੇ ਵਾਅਦੇ ਤੋਂ ਮੁੱਕਰ ਗਏ ਆ, ਤੁਹਾਨੂੰ ਸੰਗਤ ਜੇ ਰਾਜ ਭਾਗ ਦੇ ਸਕਦੀ ਹੈ ਤੇ ਸੰਗਤ ਤੁਹਾਡੇ ਕੋਲੋਂ ਖੋਹ ਵੀ ਸਕਦੀ ਹੈ, ਜਿਸ ਤਰ੍ਹਾਂ ਬਾਦਲਾਂ ਕੋਲੋਂ ਖੋਇਆ। ਬਾਦਲਾਂ ਦਾ 25 ਸਾਲ ਦਾ ਸੁਪਨਾ ਜਿਹੜਾ ਸੀਗਾ ਨਾ, ਉਹ ਉਹਨਾਂ ਨੇ ਪੂਰਾ ਕਰ ਜਾਣਾ ਸੀਗਾ ਜੇਕਰ ਗੁਰੂ ਸਾਹਿਬ ਦੀਆਂ ਬੇਅਦਬੀਆਂ ਨਾ ਹੁੰਦੀਆਂ ਤੇ ਇਹ ਉਹਨਾਂ ਗੁਨਾਹਗਾਰਾਂ ਦਾ ਪੱਖ ਨਾ ਪੂਰਦੇ ਜੀ। ਬਾਦਲਾਂ ਨੇ ਆਪਣੇ ਪੈਰੀ ਆਪ ਕੁਹਾੜਾ ਮਾਰਿਆ ਉਹਨਾਂ ਗੁਨਾਹਗਾਰਾਂ ਦਾ ਪੱਖ ਕਰਕੇ ਜੀ। ਤੇ ਇਸੇ ਤਰ੍ਹਾਂ ਕੈਪਟਨ ਸਾਹਿਬ ਬਾਦਲਾਂ ਦਾ ਪੱਖ ਕਰ ਰਹੇ ਆ ਤੇ ਕੁਹਾੜਾ ਬਾਦਲ ਕੈਪਟਨ ਸਾਹਿਬ ਵੀ ਆਪਣੇ ਹੱਥੀਂ ਰੱਖੀ ਬੈਠੇ ਆ ਤੇ ਪੈਰਾਂ ਨੂੰ ਆਪਣਿਆਂ ਨੂੰ ਜਾਣਾ ਕੁਹਾੜਾ ਇਹਨਾਂ ਦੇ। ਇੱਦਾਂ ਹੀ ਪਿਛਲੇ ਦਿਨੀ ਗੱਲ ਕਰੀਏ ਤਾਂ ਬਰਗਾੜੀ ਦੇ ਵਿੱਚ ਗੁਰਦੁਆਰਾ ਸਾਹਿਬ ਵਿੱਚ ਸਿੱਖਾਂ ਦੇ ਵਿੱਚ ਆਪਸੀ ਅਣਬਣ ਹੋ ਜਾਂਦੀ ਹੈ ਕਿਸੇ ਗੱਲ ਨੂੰ ਲੈ ਕੇ। ਉਸ ਗੱਲ ਨੂੰ ਕਿੱਦਾਂ ਦੇਖਦੇ ਹੋ ਕਿ ਗੁਰੂ ਨੂੰ ਹਾਜ਼ਰ ਨਾਜ਼ਰ ਮੰਨ ਕੇ ਗੁਰੂ ਦੀ ਹਜ਼ੂਰੀ ਦੇ ਵਿੱਚ ਸਿੱਖਾਂ ਦਾ ਆਪਸੀ ਇੱਦਾਂ ਬਹਿਸਬਾਜ਼ੀ ਕਰਨਾ ਕਿੱਦਾਂ ਦੇਖਦੇ ਹੋ? ਅਸਲ ਵਿੱਚ ਕੀ ਕਾਰਨ ਸੀ ਉਸ ਬਹਿਸਬਾਜ਼ੀ ਦਾ, ਉਹ ਵੀ ਜ਼ਰੂਰ ਦੱਸਿਓ। ਦੇਖੋ, ਜਿਹੜਾ 1 ਜੂਨ ਨੂੰ ਬਰਗਾੜੀ ਗੁਰਦੁਆਰਾ ਸਾਹਿਬ ਦੇ ਵਿੱਚ ਘਟਨਾ ਹੋਈ ਹੈ ਬਹੁਤ ਮੰਦਭਾਗੀ ਹੈ। ਪਰ ਅਜਿਹੀਆਂ ਘਟਨਾਵਾਂ ਜਿਹੜੀਆਂ ਹੈਗੀਆਂ ਉਹ ਘਟਨਾਵਾਂ ਹੋਣੀਆਂ ਵੀ ਲਾਜ਼ਮੀ ਹੈ। ਪਰ ਇਹ ਘਟਨਾ ਜਿਹੜੀ ਹੋਈ ਹੈ ਇਹ ਗਲਤ ਹੋਈ ਹੈ, ਕਿਉਂਕਿ ਜਿਹੜਾ ਸਵਾਲ ਇਹ ਸੀਗਾ ਉਸ ਤੋਂ ਭਾਈ ਜਤਿੰਦਰ ਸਿੰਘ ਈਸੜੂ ਜੀ ਜਿਨ੍ਹਾਂ ਦੇ ਬੋਲਣ ਦੇ ਉੱਪਰ ਰੌਲਾ ਪਿਆ, ਉਸ ਤੋਂ ਪਹਿਲਾਂ ਮੈਂ ਬੋਲਿਆ ਜੀ। ਮੈਂ ਆਪਣੇ ਲੈਕਚਰ ਦੇ ਵਿੱਚ ਕਿਹਾ ਵੀ ਸਾਨੂੰ ਸਾਰਿਆਂ ਨੂੰ ਇਕੱਤਰ ਹੋਣਾ ਚਾਹੀਦਾ ਜੀ। ਆਪਾਂ 4-4 ਬੰਦੇ ਉੱਠ ਕੇ ਪਾਰਟੀਆਂ ਖੜੀਆਂ ਕਰ ਲੈਂਦੇ ਹਾਂ। ਹੁਣ ਤੁਸੀਂ ਇਹ ਦੇਖ ਲਓ ਵੀ ਬਰਗਾੜੀ ਮੋਰਚੇ ਤੋਂ ਬਾਅਦ ਦੇ ਵਿੱਚ ਕਿੰਨੇ ਅਕਾਲੀ ਦਲ ਪੈਦਾ ਹੋਏ ਆ ਜੀ। ਖੁੰਬਾਂ ਵਾਂਗੂ ਜੇ ਆਪਾਂ ਕਹਿ ਦਈਏ ਨਾ, ਉਸ ਤਰ੍ਹਾਂ ਅਕਾਲੀ ਦਲ ਪੈਦਾ ਹੋ ਰਹੇ ਆ। 4-4 ਬੰਦੇ ਖੜੇ ਕਰਕੇ, ਮੈਂ ਪ੍ਰਧਾਨ, ਤੂੰ ਮੀਤ ਪ੍ਰਧਾਨ ਤੇ ਤੂੰ ਜਨਰਲ ਸੈਕਟਰੀ, 2 ਜਣੇ ਹੋਰ, ਇਸ ਤਰ੍ਹਾਂ ਦੇ ਅਕਾਲੀ ਦਲ ਪੈਦਾ ਹੋ ਰਹੇ ਆ। ਮੈਂ ਕਿਹਾ ਵੀ ਆਪਾਂ ਨੂੰ ਅਜਿਹੀਆਂ ਜਿਹੜੀਆਂ ਹੈਗੀਆਂ ਕਾਰਵਾਈਆਂ ਉਹਨਾਂ ਤੋਂ ਗਰੇਜ ਕਰਕੇ ਇੱਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਆਪਣਾ ਇੱਕ ਆਗੂ ਮੰਨ ਕੇ ਉਹਦੇ ਅੰਡਰ ਚੱਲ ਕੇ ਤੇ ਆਪਾਂ ਸਰਕਾਰ ਬਣਾਈਏ। ਆਪਾਂ ਸਰਕਾਰ ਕਿਉਂ ਨਹੀਂ ਬਣਾ ਸਕਦੇ ਜੀ? ਇਹ ਮੇਰਾ ਸਵਾਲ ਸੀ ਉੱਥੇ ਜੀ। ਉਸ ਤੋਂ ਬਾਅਦ ਦੇ ਵਿੱਚ ਜਦੋਂ
ਭਾਈ ਜਤਿੰਦਰ ਸਿੰਘ ਈਸਲੂ ਜੀ ਬੋਲੇ। ਰੌਲਾ ਤਾਂ ਖੈਰ ਪਹਿਲਾਂ ਵੀ ਪੈ ਗਿਆ ਸੀਗਾ ਭਾਈ ਸੇਵਕ ਸਿੰਘ ਫੌਜੀ ਦੇ ਬੋਲਣ 'ਤੇ, ਕਿਉਂਕਿ ਪਿਛਲੇ ਦਿਨੀ ਪਿੰਡ ਸੁਖਾਨੰਦ ਦੇ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਹੋਈ ਅਤੇ ਉਸ ਬੇਅਦਬੀ ਤੋਂ ਬਾਅਦ ਦੇ ਵਿੱਚ ਜਥੇਦਾਰ ਧਿਆਨ ਸਿੰਘ ਮੰਡ ਉਹ ਸੰਬੰਧਿਤ ਡੇਰੇ ਦੇ ਵਿੱਚ ਜਾ ਕੇ ਬੈਠ ਕੇ ਅਤੇ ਉਹ ਸਾਰੀ ਕਾਰਵਾਈ ਨੂੰ ਸਮਾਪਤ ਕਰ ਦਿੰਦੇ ਆ ਜੀ। ਅਤੇ ਅਖੰਡ ਪਾਠ ਸਾਹਿਬ 27 ਤਰੀਕ ਨੂੰ ਆਰੰਭ ਕਰਕੇ 29 ਨੂੰ ਭੋਗ ਪਵਾ ਦਿੰਦੇ ਆ ਜੀ, ਪਛਤਾਪ ਦੇ ਕਰਵਾ ਕੇ। ਉਸ ਤੋਂ ਬਾਅਦ ਦੇ ਵਿੱਚ ਜਿਹੜਾ ਹੈਗਾ ਅਸੀਂ ਉਹ ਕਾਰਵਾਈ ਕੀਤੀ ਅਤੇ FIR ਅਸੀਂ ਦਰਜ ਕਰਵਾਈ, ਮੈਂ ਰਾਜਾ ਖੁਖਰਾਣਾ ਅਤੇ ਸੇਵਕ ਸਿੰਘ ਫੌਜੀ ਜੀ। ਉਸ ਦੇ ਸਬੰਧ ਦੇ ਵਿੱਚ ਸੇਵਕ ਸਿੰਘ ਫੌਜੀ ਬੋਲ ਰਿਹਾ ਸੀਗਾ ਸੁਖਾਨੰਦ ਵਾਲੀ ਘਟਨਾ ਦੇ ਵਿੱਚ ਜੀ, ਅਤੇ ਉਸ ਪਹਿਲਾਂ ਰੌਲਾ ਪੈ ਗਿਆ ਜੀ ਵੀ ਤੁਸੀਂ ਇਹ ਚੀਜ਼ ਕਿਉਂ ਬੋਲ ਰਹੇ ਆ, ਰੋਕੋ, ਮਾਨ ਸਾਹਿਬ ਦਾ ਨਾਮ ਨਾ ਲਓ। ਜਿੱਥੇ ਕਿਸੇ ਦੀ ਗਲਤੀ ਹੋਣੀ ਆ ਉਹਨੂੰ ਜੇ ਸੱਚੀ ਗੱਲ ਕਹਿਣੀ ਹੈ ਉਹਨੂੰ ਰੋਕਣਾ ਬਹੁਤ ਮਾੜਾ, ਬਹੁਤ ਮੰਦਭਾਗਾ। ਗੱਲ ਗੁਰੂ ਦੀ ਆ, ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੋ ਰਹੀ ਹੈ ਅਤੇ ਉਹਨੂੰ ਜਿਹੜਾ ਰੋਕਿਆ ਜਾਣਾ ਉਹ ਗਲਤ ਹੈ। ਅੱਛਾ, ਇਸੇ ਵਿਸ਼ੇ ਨੂੰ ਲੈ ਕੇ ਜਿਹੜਾ ਮੈਂ ਕਿਹਾ ਸੀ ਵੀ ਇੱਕ ਪਲੇਟਫਾਰਮ 'ਤੇ ਇਕੱਠੇ ਹੋਣਾ ਚਾਹੀਦਾ ਸਾਨੂੰ, ਸਾਰੇ ਪਾਰਟੀਆਂ ਭੰਗ ਕਰਕੇ ਜਿਹੜੇ ਆਪਣੇ ਧੌਣਾਂ ਦੇ ਵਿੱਚ ਕਿੱਲੇ ਫਸਾਈ ਬੈਠੇ ਹਾਂ ਅਸੀਂ, ਮੈਂ ਪ੍ਰਧਾਨ ਅਤੇ ਤੂੰ ਮੀਤ ਪ੍ਰਧਾਨ ਅਤੇ ਤੂੰ ਉਹ, ਇਹ ਚੀਜ਼ਾਂ ਨੂੰ ਸਾਰੀਆਂ ਨੂੰ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਰੱਖ ਕੇ ਸਾਰਾ ਕੁਛ ਆਪਦਾ ਹਉਮੈ ਤਿਆਗ ਕੇ ਅਤੇ ਸਾਨੂੰ ਇੱਕ ਬੰਦੇ ਨੂੰ ਆਗੂ ਬਣ ਕੇ ਚੱਲਣਾ ਚਾਹੀਦਾ ਜੀ। ਜਦੋਂ ਮੈਂ ਇਹ ਗੱਲ ਕਹੀ ਅਤੇ ਉਸ ਤੋਂ ਬਾਅਦ ਦੇ ਵਿੱਚ ਜਦੋਂ ਜਤਿੰਦਰ ਸਿੰਘ ਜੀ ਈਸਲੂ ਬੋਲੇ, ਉਹਨਾਂ ਨੇ ਕਿਹਾ ਵੀ ਅਸੀਂ ਇੱਕ ਆਗੂ ਮੰਨ ਕੇ ਚੱਲੇ ਸੀ। ਉਹਨਾਂ ਨੇ ਕੀ ਕਰ ਲਿਆ, ਜਥੇਦਾਰ ਧਿਆਨ ਸਿੰਘ ਮਾਨ ਨੂੰ ਆਗੂ ਮੰਨਿਆ ਸੀਗਾ, ਉਹਨਾਂ ਨੂੰ ਮਰਿਆਰੀ ਮੋਰਚੇ ਦੇ ਵਿੱਚ ਬਿਠਾਇਆ ਸੀ, ਬੈਠੇ ਸੀਗੇ ਅਤੇ ਉਹਨਾਂ ਨੇ ਕੀ ਕੀਤਾ, ਵਿਸ਼ਵਾਸਘਾਤ ਕੀਤਾ ਕੌਮ ਦੇ ਨਾਲ। ਜਦੋਂ ਇਹ ਗੱਲ ਕਹੀ ਅਤੇ ਉੱਧਰੋਂ ਮਾਨ ਸਾਹਿਬ ਦੇ PA ਗੁਰਜੰਟ ਸਿੰਘ ਕੱਟੂ ਉਹਨਾਂ ਨੇ ਰੋਕਿਆ ਉਹਨਾਂ ਨੂੰ ਬੋਲਣ ਵਾਸਤੇ। ਉਸ ਤੋਂ ਬਾਅਦ ਪਰਮਿੰਦਰ ਸਿੰਘ ਬਾਲਿਆਂ ਵਾਲੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਠਿੰਡਾ, ਉਹ ਬੋਲ ਪਏ। ਪਰ ਜੇ ਉਹ ਬੋਲੇ ਬਹੁਤ ਮੰਦਭਾਗਾ, ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਅਜਿਹੀਆਂ ਕਾਰਵਾਈਆਂ ਜਿਹੜੀਆਂ ਉਹ ਗੁਰਸਿੱਖਾਂ ਨੂੰ ਸ਼ੋਭਦੀਆਂ ਨਹੀਂ। ਅੱਛਾ, ਇੱਥੇ ਹੀ ਗੱਲ ਕਰਦੇ ਹਾਂ ਆਪਾਂ, ਬਰਗਾੜੀ ਦੇ ਵਿੱਚ ਇੱਦਾਂ ਘਟਨਾ ਹੁੰਦੀ ਆ, ਬੁਰਜ ਜਵਾਹਰ ਸਿੰਘ ਵਾਲਾ ਹੁੰਦੀ ਆ, ਮਲਕੇ ਹੁੰਦੀ ਆ, ਸੁਖਾਨੰਦ ਹੁੰਦੀ ਆ। ਅਸਲ ਵਿੱਚ ਇਹ ਘਟਨਾਵਾਂ ਹੋਣ ਦਾ ਕਾਰਨ ਕੀ ਆ, ਲੋਕ ਕਿਉਂ ਇੱਦਾਂ ਕਰਦੇ ਆ, ਜਾਂ ਕਿਉਂ ਸਿੱਖਾਂ ਨੂੰ ਵਾਰ-ਵਾਰ ਇਹਨਾਂ ਗੱਲਾਂ 'ਤੇ ਭੜਕਣ ਦੇ ਲਈ ਮਜਬੂਰ ਕੀਤਾ ਜਾਂਦਾ, ਅਸਲ ਵਿੱਚ ਇਹਦਾ ਕੀ ਕਾਰਨ ਮੰਨਦੇ ਹੋ? ਦੇਖੋ, ਅਸਲ ਦੇ ਵਿੱਚ ਜਿਹੜਾ ਹੈ ਨਾ, ਸਾਡੇ ਲੋਕ ਗੁਰੂ ਸਾਹਿਬ ਤੋਂ ਟੁੱਟ ਚੁੱਕੇ ਆ। ਉਹਦਾ ਕਾਰਨ ਇਹ ਹੈ ਵੀ SGPC ਜਿਹੜੀ ਬਾਦਲਾਂ ਦੇ ਅੰਡਰ ਹੈ ਉਹ ਪ੍ਰਚਾਰ ਬਿਲਕੁਲ ਨਹੀਂ ਕਰ ਰਹੀ। ਪਿੰਡਾਂ ਦੇ ਵਿੱਚ ਕੋਈ ਆਪਣੇ ਪ੍ਰਚਾਰਕ ਭੇਜਣ, ਕੋਈ ਕਥਾਵਾਚਕ ਭੇਜਣ, ਕੋਈ ਢਾਡੀ ਜਥੇ ਭੇਜਣ, ਕੋਈ ਜਿਹੜੇ ਸੰਗਤਾਂ ਨੂੰ ਇਤਿਹਾਸ ਦੇ ਨਾਲ ਜੋੜ ਕੇ ਰੱਖਣ, ਕੋਈ ਕਾਰਵਾਈਆਂ ਜਿਹੜੀਆਂ ਹੈਗੀਆਂ SGPC ਜਿਹੀਆਂ ਨਹੀਂ ਕਰ ਰਹੀ। ਜਿਸ ਕਾਰਨ ਜਿਹੜੇ ਸਾਡੇ ਸਿੱਖ ਆ, ਸਾਡੇ ਨੌਜਵਾਨ ਭਰਾ ਏ, ਸਾਡੀਆਂ ਬੀਬੀਆਂ ਭੈਣਾਂ, ਉਹ ਗੁਰੂ ਦਾ ਦਰ ਛੱਡ ਕੇ ਉਹ ਡੇਰਿਆਂ ਦੇ ਨਾਲ ਜੁੜ ਚੁੱਕੀਆਂ, ਗੁਰੂ ਸਾਹਿਬ ਤੋਂ ਪਾਸੇ ਹੋ ਗਏ। ਜਿਹਦੇ ਘਰ ਦੇ ਵਿੱਚ, ਕਿਸੇ ਦੇ ਘਰ ਵਿੱਚ ਗੁਟਕਾ ਸਾਹਿਬ ਕੋਈ ਪਿਆ ਹੈ, ਉਹ ਕਿਤੇ ਸਿੱਟੇ ਆਉਂਦਾ, ਕਿਤੇ ਕੋਈ ਉਹਨਾਂ ਦਾ ਬੱਚਾ ਸਿੱਟੇ ਆਉਂਦਾ, ਕਿਤੇ ਕੁਛ ਤਰ੍ਹਾਂ, ਕਿਤੇ ਜੇ ਤਾਂ ਫੜਿਆ ਗਿਆ ਫਿਰ ਤਾਂ ਕਹਿ ਦਿੰਦੇ ਆ ਵੀ ਇਹਦੇ ਦਿਮਾਗ ਦੇ ਵਿੱਚ ਫਰਕ ਹੈ, ਅਤੇ ਨਹੀਂ ਫੜਦੇ ਕੋਈ ਨਹੀਂ ਉਹਨਾਂ ਨੂੰ, ਗ੍ਰਿਫਤਾਰੀਆਂ ਕੋਈ ਨਹੀਂ ਕਰਦੇ। ਅਤੇ ਇਸ ਕੇਸ ਦੇ ਵਿੱਚ ਵੀ ਜਿਹੜਾ ਹੈਗਾ ਗੁਨਾਹਗਾਰ ਆ, ਉਹ ਵੀ ਕਹਿੰਦੇ ਵੀ ਦਿਮਾਗ ਦੇ ਵਿੱਚ ਫਰਕ ਹੈ ਇਹਦਾ, ਤਾਂ ਕਰਕੇ ਉਹਦੇ ਕੇਸ 'ਤੇ ਮਿੱਟੀ ਪਾਤੀ ਸੀ ਇਹਨਾਂ ਨੇ। ਪਰ ਅਸੀਂ ਫਿਰ ਵੀ FIR ਕਰਵਾਈ, ਗੁਨਾਹਗਾਰ ਨੂੰ ਗ੍ਰਿਫਤਾਰ ਕੀਤਾ ਪੁਲਿਸ ਨੇ, ਅਤੇ ਉਹਦੇ 'ਤੇ ਬਣਦੀ ਕਾਰਵਾਈ ਕਰਕੇ ਉਹਨੂੰ ਜੇਲ੍ਹ ਭੇਜ ਦਿੱਤਾ। ਅੱਛਾ, ਗੁਰੂ ਤੋਂ ਬੇਮੁਖ ਹੋਣ ਦੀ ਗੱਲ ਤੁਸੀਂ ਕੀਤੀ ਆ ਕਿ ਲੋਕ ਗੁਰੂ ਤੋਂ ਬੇਮੁਖ ਹੁੰਦੇ ਜਾਂਦੇ ਨੇ, ਇਸ ਦੇ ਪਿੱਛੇ ਦਾ ਕਾਰਨ ਕੀ ਮੰਨਦੇ ਹੋ ਕਿ ਗਰੀਬ ਤਬਕੇ ਨੂੰ ਗੁਰਦੁਆਰਿਆਂ ਦੇ ਵਿੱਚ ਬਣਦੀ ਜਿਹੜੀ ਤਰਜੀਹ ਨਹੀਂ ਦਿੱਤੀ ਜਾਂਦੀ, ਇਸ ਕਰਕੇ ਗੁਰੂ ਤੋਂ ਬੇਮੁਖ ਹੁੰਦੇ ਨੇ, ਜਾਂ ਕੀ ਕਾਰਨ ਆ? ਬਿਲਕੁਲ ਜੀ, ਜਿਹੜਾ ਗੁਰੂ ਘਰਾਂ ਦੇ ਵਿੱਚ ਗਰੀਬ ਪਰਿਵਾਰਾਂ ਨੂੰ ਸਭ ਤੋਂ ਵੱਡਾ ਤਾਂ ਜਿਹੜਾ ਹੈਗਾ ਮਨੁੱਖ ਉਹ ਸੇਵਾ ਕਰਕੇ ਜਿਹੜਾ ਹੈਗਾ ਆਪਣਾ ਜੀਵਨ ਸਫਲਾ ਕਰਨਾ ਚਾਹੁੰਦਾ ਹੈ ਜੀ। ਜਦੋਂ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਕੋਈ ਸੇਵਾਵਾਂ ਚੱਲ ਰਹੀਆਂ ਅਤੇ ਉੱਥੇ ਫਿਰ ਕਿਸੇ ਨੂੰ ਮਾਤਾ ਨੂੰ ਲੰਗਰ ਨਹੀਂ ਬਣਾਉਣ ਦਿੱਤਾ ਜਾਂਦਾ, ਕਿਸੇ ਨੂੰ ਲੰਗਰ ਛਕਾਉਣ ਨਹੀਂ ਦਿੱਤਾ ਜਾਂਦਾ। ਕਈ ਤਾਂ ਅਜਿਹੇ ਡੇਰੇ ਵੀ ਹੈ ਜਿਨ੍ਹਾਂ ਦੇ ਵਿੱਚ ਗਰੀਬ ਪਰਿਵਾਰਾਂ ਦੇ ਭਾਂਡੇ ਆ ਜਿਹੜੇ ਉਹ ਵੀ ਅਲੱਗ ਰੱਖੇ ਹੋਏ ਆ, ਅਤੇ ਇਹ ਵੱਡੀਆਂ
ਜਿਹੜੀਆਂ ਹੈਗੀਆਂ ਕਾਰਨ ਹੈ, ਵੱਡੇ ਕਾਰਨ ਜਿਹੜੇ ਸਿੱਖੀ ਤੋਂ ਦੂਰ ਕਰਦੇ ਜਾ ਰਹੇ ਕੌਮ ਨੂੰ, ਆਮ ਜਨਤਾ ਨੂੰ, ਆਮ ਲੋਕਾਂ ਨੂੰ ਸਿੱਖੀ ਤੋਂ ਦੂਰ ਕਰਦੇ ਜਾ ਰਹੇ ਹੈ। ਵੱਡਾ ਕਾਰਨ ਇਹੀ ਹੈ। ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਗੱਲਬਾਤ ਕਰਨ ਦੇ ਲਈ। ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਵੀਰ ਮੱਖਣ ਸਿੰਘ ਜੀ, ਅਤੇ ਤੁਹਾਡੇ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ। ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦੋਸਤੋ, ਇਹ ਸਨ ਜਸਵਿੰਦਰ ਸਿੰਘ ਸਾਹੋ ਕਿ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ। ਇਸ ਤਰ੍ਹਾਂ ਦੀਆਂ ਹੋਰ ਅਪਡੇਟਸ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ ਅਤੇ ਦੇਖਦੇ ਰਹੋ ਨਿਰਪੱਖ ਪੋਸਟ ਚੈਨਲ। ਤਦ ਤੱਕ ਮੈਨੂੰ ਜਾਣੀ ਕਿ ਮੱਖਣ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ, ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ। ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਤੇ ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ ਤੇ ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼। ਵਿਜ਼ਿਟ ਕਰੋ www.nirpakhpost.com।